ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW ਸਟੱਡੀ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ 66 35 ਜਿਹੜੀਆਂ ਈਟੀ ਦੀਆਂ ਅਸਾਮੀਆਂ ਸੀ ਤੇ 22 ਵੈਕੈਂਸੀ ਜਿਹੜੀ ਜੇਲ੍ਹ ਦੇ ਵਿੱਚ ਆਈ ਸੀ, ਜੇਲ੍ਹ ਡਿਪਾਰਟਮੈਂਟ ਦੇ ਈਟੀ ਟੀਚਰ ਨਾਲ ਸੰਬੰਧਿਤ ਵੈਕੈਂਸੀ। ਤਾਂ ਉਸ ਨਾਲ ਸੰਬੰਧਿਤ ਜਿਹੜਾ ਡਿਪਾਰਟਮੈਂਟ ਦੀ ਵੈਬਸਾਈਟ ਤੇ ਇਹਨਾਂ ਅਸਾਮੀਆਂ ਦੋਨੇ ਤਰ੍ਹਾਂ ਦੀਆਂ ਅਸਾਮੀਆਂ ਨਾਲ ਸੰਬੰਧਿਤ ਸਕਰੂਟਨੀ ਵਾਸਤੇ ਜਿਹੜਾ ਇੱਕ ਮੈਸੇਜ ਤੁਹਾਨੂੰ ਅਪਲੋਡ ਕੀਤਾ ਗਿਆ। ਕੀ ਮੈਸੇਜ ਹੈ ਪ੍ਰੋਪਰ ਆਪਾਂ ਪੜ੍ਹਦੇ ਹਾਂ। ਕਿਸ ਕਿਸ ਕੈਟਾਗਰੀ ਨੂੰ ਸਕਰੂਟਨੀ ਵਾਸਤੇ ਡਾਕੂਮੈਂਟ ਅਪਲੋਡ ਕਰਨ ਲਈ ਕਿਹਾ ਗਿਆ, ਪੂਰਾ ਜਿਹੜਾ ਨੋਟਸ ਤੁਹਾਡੇ ਅੱਗੇ ਰੀਡ ਕਰਾਂਗੇ, ਠੀਕ ਹੈ। ਔਰ ਤੁਹਾਡੇ ਸਾਰੇ ਸ਼ੰਕੇ ਦੂਰ ਹੋਣਗੇ। ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਸਕਦੇ ਹੋ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਤੁਸੀਂ ਆਪ ਕਿਵੇਂ ਉਸ ਨੋਟਸ ਨੂੰ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ। ਇੱਥੇ ਫਸਟ ਤੇ ਤੁਸੀਂ ਸਿਲੈਕਟ ਕਰੋਗੇ ਐਜੂਕੇਸ਼ਨ ਰਿਕਰੂਟਮੈਂਟ, ਔਰ ਇੱਥੇ ਤੁਹਾਨੂੰ ਨੀਚੇ ਇਹ ਬਲੂ ਫਲੈਸ਼ ਹੁੰਦਾ ਦਿਖਾਈ ਦੇਗੀ ਲਾਈਨ, ਜਿੱਥੇ ਲਿਖਿਆ ਸਕਰੂਟਨੀ ਸ਼ਡਿਊਲ ਫॉर ETT 66 35 ਐਂਡ 22 ਜੇਲ੍ਹ ਡਿਪਾਰਟਮੈਂਟ ਪੋਸਟ, ਠੀਕ ਹੈ। ਇਸ ਤੇ ਕਲਿੱਕ ਕਰ ਦਾਂਗੇ। ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਜਿਹੜਾ ਪਰਫਾਰਮ ਹੈ ਇਹਨਾਂ ਦਾ ਪੂਰਾ ਫਾਰਮ ਜਿਹੜਾ ਇਹਨਾਂ ਨੇ ਪਾਇਆ ਹੈਗਾ, ਇਹ ਡਾਊਨਲੋਡ ਹੋ ਜਾਏਗਾ ਤੁਹਾਡੇ ਅੱਗੇ, ਠੀਕ ਹੈ। ਤਾਂ ਇਹ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਡਾਊਨਲੋਡ ਹੋ ਚੁੱਕਿਆ, ਜਿਹੜਾ ਇਹ 25 ਤਰੀਕ ਨੂੰ ਪਾਇਆ ਗਿਆ, ਠੀਕ ਹੈ। ਇਹ 25 ਤਰੀਕ ਨੂੰ ਪਾਇਆ ਗਿਆ, ਠੀਕ ਹੈ। ਔਰ ਇਸ ਦੇ ਵਿੱਚ ਕੀ ਲਿਖਿਆ ਕਿ ਇਹਨਾਂ ਨੇ ਜਿਹੜੀਆਂ ਪੋਸਟਾਂ ਆਈਆਂ ਸੀ 66 35 ਪੋਸਟਾਂ ਸੀ ਔਰ 22 ਪੋਸਟਾਂ ਅਲੱਗ ਤੋਂ ਆਈਆਂ ਸੀ। ਤਾਂ ਇਹਨਾਂ ਲਈ ਸਕਰੂਟਨੀ ਵਾਸਤੇ ਜਿਹੜਾ ਇਹ ਮੈਸੇਜ ਲਾਇਆ ਗਿਆ ਸਾਰੇ ਸਟੂਡੈਂਟ ਤੱਕ। ਔਰ ਤੁਸੀਂ ਦੇਖ ਸਕਦੇ ਹੋ ਜਿਹੜਾ ਜੋ ਉਮੀਦਵਾਰ ਉਕਤ ਭਰਤੀ, ਕਹਿਣ ਮਤਲਬ ਦੋਨੇ ਤਰ੍ਹਾਂ ਦੀਆਂ ਭਰਤੀਆਂ ਵਿੱਚ ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਏ ਹੋਣ ਅਤੇ ਵਿਗਿਆਪਨ ਅਨੁਸਾਰ ਨਿਰਧਾਰਤ ਵਿੱਦਿਅਕ ਯੋਗਤਾ ਰੱਖਦੇ ਹੈਗੇ ਆ, ਠੀਕ ਹੈ। ਜੋ ਇਹਨਾਂ ਨੇ ਕਿਹਾ ਸੀ ਵੀ ਆਹ ਵਿੱਦਿਆ ਯੋਗਤਾ ਵਾਲੇ ਹੀ ਪੇਪਰ ਦੇ ਸਕਦੇ ਆ, ਤਾਂ ਜਿਹੜੇ ਸਹੀ ਵਿੱਦਿਅਕ ਯੋਗਤਾ ਰੱਖਦੇ ਆ ਤਾਂ ਉਹਨਾਂ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਈਕਰੋਸਾਫਟ ਬਿਲਡਿੰਗ ਫੇਜ਼ 3 B1 SS ਨਗਰ ਵਿਖੇ ਹੇਠਾਂ ਦਰਸਾਏ ਗਏ ਸ਼ਡਿਊਲ ਅਨੁਸਾਰ, ਹੇਠਾਂ ਇੱਕ ਸ਼ਡਿਊਲ ਹੈ ਉਸ ਦੇ ਤੁਹਾਨੂੰ ਦੱਸਿਆ ਜਾਏਗਾ ਕਿ 9 ਵਜੇ ਤੋਂ ਲੈ ਕੇ 3 ਵਜੇ ਤੱਕ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਸੱਦਾ ਦਿੱਤਾ ਗਿਆ, ਠੀਕ ਹੈ। ਤਾਂ ਉਹ ਸ਼ਡਿਊਲ ਕੀ ਹੈ ਐਂਡ ਤੱਕ ਦੇਖਾਂਗੇ। ਉਸ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਉਹ ਧਿਆਨ 'ਚ ਰੱਖ ਲਿਓ, ਠੀਕ ਹੈ। 9 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਸਮਾਂ ਹੋਏਗਾ ਸਕਰੂਟਨੀ ਦਾ, ਜਿੱਥੇ ਤੁਸੀਂ ਆਪਣੇ ਓਰੀਜਨਲ ਸਰਟੀਫਿਕੇਟ ਜਿਹੜੇ ਅਸਲੀ ਸਰਟੀਫਿਕੇਟ ਉੱਥੇ ਲੈ ਕੇ ਜਾਓਗੇ, ਠੀਕ ਹੈ। ਔਰ ਵਿਦ ਫੋਟੋ ਕਾਪੀਆਂ ਵੀ ਹੋਣਗੀਆਂ ਤੁਹਾਡੀਆਂ। ਔਰ ਇੱਥੇ ਤੁਸੀਂ ਦੇਖਦੇ ਹੋ ਇਹ ਜਿਹੜਾ ਐਡਰੈਸ ਰਹੇਗਾ ਜਿੱਥੇ ਤੁਸੀਂ ਜਾਣਾ ਹੈ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਈਕਰੋਸਾਫਟ ਬਿਲਡਿੰਗ ਫੇਜ਼ 3 B1 SS ਨਗਰ ਮੋਹਾਲੀ, ਜਿਸ ਨੂੰ ਬੋਲਦੇ ਆਪਾਂ। ਚਲੋ ਅੱਗੇ ਇਹਨਾਂ ਨੇ ਕੀ ਲਿਖਿਆ ਕਿ ਬਿਨੇਕਾਰ ਨਿਰਧਾਰਤ ਸ਼ਡਿਊਲ ਅਨੁਸਾਰ 66 35 ETT ਕਾਡਰ ਤੇ ਜਿਹੜੀਆਂ 22 ਪੋਸਟਾਂ ਜੇਲ੍ਹ ਡਿਪਾਰਟਮੈਂਟ ਦੀਆਂ ਰੱਖੀਆਂ ਗਈਆਂ ਸੀ ਤੇ ਦਸਤਾਵੇਜ਼ ਸਕਰੂਟਨੀ ਆਉਣ ਤੋਂ ਪਹਿਲਾਂ, ਸਕਰੂਟਨੀ ਤੇ ਜਾਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਇੱਥੇ ਲਿਖਿਆ ਨਾ ਕਿ ਜਿਹੜੇ ਇਹ ਡਾਕੂਮੈਂਟ ਹੈ, ਠੀਕ ਹੈ। ਤਾਂ ਹੇਠ ਲਿਖੀ ਲਿਸਟ ਹੈ ਕਿ ਇਹ ਡਾਕੂਮੈਂਟ ਸਾਫ਼ ਸੁਥਰੇ ਜਿਹੜੇ ਤੁਸੀਂ ਆਪਣੇ ਜਿਹੜਾ ਇੱਕ PDF ਫਾਈਲ ਬਣਾ ਕੇ ਦੇਖਿਆ, ਰਨਿੰਗ PDF ਫਾਈਲ, ਠੀਕ ਹੈ। ਇੱਕ ਰਨਿੰਗ PDF ਤਿਆਰ ਕਰਕੇ ਇਹਨਾਂ ਦੀ ਇਹ ਅਫੀਸ਼ੀਅਲ ਈਮੇਲ ID ਹੈ, ਇਹ 'ਤੇ ਤੁਸੀਂ ਭੇਜਣੇ ਹੈਗੇ ਆ, ਠੀਕ ਹੈ। ਇਹ 'ਤੇ ਤੁਸੀਂ ਆਪਣਾ ਸਾਰੇ ਡਾਕੂਮੈਂਟ ਦਾ PDF ਤਿਆਰ ਕਰਕੇ ਇਹਨਾਂ ਦੀ ਡਿਪਾਰਟਮੈਂਟ ਦੀ ਅਫੀਸ਼ੀਅਲ ਇਹ ਵੈਬਸਾਈਟ ਹੈ, ਇਸ 'ਤੇ ਭੇਜਣਾ ਹੈਗਾ, ਠੀਕ ਹੈ। ਇਹ ਅਫੀਸ਼ੀਅਲ ਵੈਬਸਾਈਟ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ETT 66 35 @gmail.com 'ਤੇ, ਠੀਕ ਹੈ। ਤਾਂ ਦੋਵੇਂ ਭਰਤੀਆਂ ਵਾਲੇ, ਠੀਕ ਹੈ, ਦੋਵੇਂ ਭਰਤੀਆਂ ਚਾਹੇ ਕਿਸੇ ਨੇ 22 ਰਿਕਰੂਟਮੈਂਟ 'ਚ ਉਹ ਕੀਤਾ ਗਿਆ ਅਪਲਾਈ ਕੀਤਾ ਸੀ, ਚਾਹੇ ਕਿਸੇ ਨੇ 66 35 'ਚ ਕੀਤਾ ਹੈਗਾ, ਤਾਂ ਕਿਹੜੇ ਕਿਹੜੇ ਡਾਕੂਮੈਂਟ ਦਾ ਤੁਸੀਂ PDF ਬਣਾ ਕੇ ਭੇਜਣਾ ਇੱਥੇ ਦੇਖੋ। ਇਹਨਾਂ ਨੇ ਲਿਖਿਆ ਕਿ ਆਪਣੇ ਦੋਵੇਂ ਭਰਤੀਆਂ ਦੇ ਰਜਿਸਟ੍ਰੇਸ਼ਨ ਨੰਬਰ ਅਤੇ ਨਾਮ ਭਰ ਕੇ ਈਮੇਲ ਕਰਿਆ ਜਾਵੇ, ਠੀਕ ਹੈ। ਤਾਂ ਇਸ ਈਮੇਲ 'ਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਆਪਣਾ ਨਾਮ, ਔਰ ਤੁਸੀਂ ਦੇਖ ਸਕਦੇ ਹੋ ਜਨਮ ਮਿਤੀ ਦਾ ਸਰਟੀਫਿਕੇਟ, 10ਵੀਂ ਦਾ ਸਰਟੀਫਿਕੇਟ ਤੁਹਾਡਾ ਉੱਥੇ ਹੋਣਾ ਚਾਹੀਦਾ। ਉਸ ਦੀ ਫੋਟੋ ਕਾਪੀ ਅਪਲੋਡ ਕਰਨੀ ਹੈ। ਇੱਕ ਸੈਕਿੰਡ, ਸਾਫ ਸੁਥਰਾ, ਹਾਂ ਤੁਸੀਂ ਓਰੀਜਨਲ ਹੀ ਜਿਹੜੇ ਆਪਣੇ ਇੱਥੇ ਫੋਟੋ ਕਾਪੀ ਦੀ PDF ਨਹੀਂ ਬਣਾਉਣੀ, ਓਰੀਜਨਲ ਹੀ ਜਿਹੜੇ ਤੁਹਾਡੇ ਸਰਟੀਫਿਕੇਟ ਆ ਅਸਲੀ ਸਰਟੀਫਿਕੇਟ ਉਹਨਾਂ ਦੀ ਹੀ PDF ਬਣਾ ਕੇ ਅਪਲੋਡ ਕਰਨੀ ਹੈ। ਉਸ ਤੋਂ ਪੰਜਾਬੀ ਪਾਸ ਕਰਨ ਦਾ ਸਬੂਤ, 10ਵੀਂ ਜਮਾਤ ਜਾਂ ਅਚੇਰੀ ਪੱਧਰ 'ਤੇ ਤੁਹਾਡੇ ਕੋਲ ਪੰਜਾਬੀ ਦਾ ਸਬੂਤ ਹੋਣਾ ਚਾਹੀਦਾ। ETT ਜਾਂ ਤੁਸੀਂ DLED ਕੋਈ ਵੀ ਡਿਪਲੋਮਾ ਕੀਤਾ ਉਸ ਦਾ ਸਬੂਤ, ਅਤੇ ਉਹਦਾ ਕੋਰਸ ਦਾ ਜਿਹੜਾ DMC ਅਤੇ ਤੁਹਾਡੀ ਡਿਗਰੀ ਜੋ ਵੀ ਹੋਏਗੀ ਉਹ ਨਾਲ ਹੋਣੀ ਚਾਹੀਦੀ ਹੈ। ਔਰ BA ਦੇ ਤੁਹਾਡੇ 3 ਈਅਰ ਦੇ ਸਰਟੀਫਿਕੇਟ ਹੋਣੇ ਚਾਹੀਦੇ ਹੈ, ਔਰ ਨਾਲ ਹੀ ਤੁਹਾਡੀ ਡਿਗਰੀ ਵੀ ਅਪਲੋਡ ਕਰਨੀ ਪਏਗੀ ਇਸ ਦੇ ਵਿੱਚ, ਠੀਕ ਹੈ। ਕੈਟਾਗਰੀ ਦੇ ਨਾਲ ਸੰਬੰਧ ਤੁਹਾਡਾ ਸਰਟੀਫਿਕੇਟ ਹੋਣਾ ਚਾਹੀਦਾ, ਜੋ ਵੀ ਤੁਹਾਡੀ ਕੈਟਾਗਰੀ ਹੈ। ਔਰ ਜੇਕਰ ਤੁਸੀਂ ਪੰਜਾਬ ਰਾਜ ਦੇ ਵਸਨੀਕ ਹੋ ਤਾਂ ਹੋਣ ਦਾ ਸਬੂਤ ਹੈ ਤੁਹਾਡੇ ਕੋਲ, ਠੀਕ ਹੈ। ਕੇਵਲ ਉਹੀ ਵਿਦਿਆਰਥੀ ਜਿਨ੍ਹਾਂ ਨੇ ਕਿਸੇ ਕੈਟਾਗਰੀ ਵਿੱਚ ਰਿਜ਼ਰਵ ਲਈ ਅਪਲਾਈ ਕੀਤਾ ਹੈ, ਇਹ ਲਿਖਿਆ ਕਿ ਪੰਜਾਬ ਰਾਜ ਵਸਨੀਕ ਹੋਣ ਦਾ ਸਬੂਤ ਕੇਵਲ ਉਹੀ ਉਮੀਦਵਾਰਾਂ ਨੇ ਕਿਸੇ ਰਿਜ਼ਰਵ ਕੈਟਾਗਰੀ ਵਿੱਚ ਅਪਲਾਈ ਕੀਤਾ ਹੈ, ਤਾਂ ਇਹ ਉਹ ਬੰਦੇ ਹੀ ਭੇਜਣਗੇ, ਇਹਨਾਂ ਨੇ ਲਿਖਿਆ, ਠੀਕ ਹੈ। ਪੰਜਾਬ ਰਾਜ ਵਸਨੀਕ ਹੋਣ ਦਾ ਸਬੂਤ, ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ। ਅੱਗੇ ਆਮਦਨ ਸੰਬੰਧੀ ਸਵੈ ਘੋਸ਼ਣਾ ਪੱਤਰ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ
ਭਰਨ ਉਪਰੰਤ ਜਿਹੜੇ ਉਮੀਦਵਾਰ ਪਛੜੀ ਸ਼੍ਰੇਣੀ ਕੈਟਾਗਰੀ 'ਚ ਅਪਲਾਈ ਕੀਤਾ ਹੈ, ਜਿਨ੍ਹਾਂ ਨੇ ਪਛੜੀ ਸ਼੍ਰੇਣੀ ਜਿਹਨੂੰ ਆਪਾਂ BC ਬੋਲਦੇ ਉਹ 'ਚ ਅਪਲਾਈ ਕੀਤਾ, ਤਾਂ ਉਹ ਆਪਣਾ ਆਮਦਨ ਦਾ ਸਰਟੀਫਿਕੇਟ ਦੇ ਸਵੈ ਘੋਸ਼ਣਾ ਪੱਤਰ ਰਾਹੀਂ ਭੇਜਣਗੇ। ਠੀਕ ਹੈ। ਔਰ ਜੇਕਰ ਉਮੀਦਵਾਰ ਵੱਲੋਂ ਵੱਖ-ਵੱਖ ਕੈਟਾਗਰੀ ਵਿੱਚ ਅਪਲਾਈ ਕੀਤਾ ਗਿਆ ਹੈ, ਤਾਂ ਉਹ ਆਪਣੀ ਹਰ ਇੱਕ, ਕਈ ਵਾਰੀ ਉਮੀਦਵਾਰ 2 ਕੈਟਾਗਰੀ 'ਚ ਅਪਲਾਈ ਕਰ ਦਿੰਦਾ, ਤਾਂ ਆਪਣੀ ਹਰ ਕੈਟਾਗਰੀ ਦੀ ਡਿਟੇਲ ਭੇਜੂਗਾ। ਠੀਕ ਹੈ। ਇਸ ਸਕਰੂਟਨੀ ਦਾ ਜਿਹੜਾ ਸਕਰੂਟਨੀ ਤੋਂ ਪਹਿਲਾਂ ਤੁਸੀਂ ਇਹ ਵੈਬਸਾਈਟ 'ਤੇ ਇੱਕ ਆਪਣਾ PDF ਬਣਾ ਕੇ ਓਰੀਜਨਲ ਸਰਟੀਫਿਕੇਟ ਦਾ ਜਿਹੜਾ ਲਿਸਟ 'ਚ ਲਿਖਿਆ ਹੋਇਆ ਸਾਰਾ ਕੁਝ ਤੁਸੀਂ ਅਪਲੋਡ ਕਰਨਾ ਹੈਗਾ। ਉਸ ਤੋਂ ਬਾਅਦ ਉਮੀਦਵਾਰ ਦਸਤਾਵੇਜ਼ ਦੀ ਸਕਰੂਟਨੀ 'ਤੇ ਆਉਣ ਸਮੇਂ ਆਪਣੇ ਨਾਲ ਅਸਲ ਸਰਟੀਫਿਕੇਟ ਜ਼ਰੂਰ ਲੈ ਕੇ ਜਾਊਗਾ, ਇਹ ਇਹਨਾਂ ਨੇ ਲਿਖਿਆ। ਔਰ ਸਰਟੀਫਿਕੇਟ ਦੀਆਂ ਸਵੈ ਤਸਦੀਕ ਕਾਪੀਆਂ, ਕਹਿੰਦਾ ਮਤਲਬ ਉੱਥੇ ਤੁਹਾਡੇ ਕੋਲੇ ਸਰਟੀਫਿਕੇਟਾਂ ਦੀਆਂ ਸਵੈ ਤਸਦੀਕ ਭਾਵ ਫੋਟੋ ਕਾਪੀਆਂ ਹੋਣੀਆਂ ਚਾਹੀਦੀਆਂ, 4 ਪਾਸਪੋਰਟ ਸਾਈਜ਼ ਫੋਟੋਆਂ ਵੀ ਹੋਣੀਆਂ ਚਾਹੀਦੀਆਂ, ਅਤੇ ਜਿਸ ਤੁਹਾਡੇ ਕੋਲ ਰਸੀਦ ਵੀ ਹੋਣੀ ਚਾਹੀਦੀ ਹੈ, ਜੋ ਫੀਸ ਭਰੀ ਸੀ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਲਈ, ਓਰੀਜਨਲ ਰਸੀਦ ਹੋਣੀ ਚਾਹੀਦੀ ਹੈ। ਠੀਕ ਆ। ਔਨਲਾਈਨ ਅਪਲਾਈ ਕਰਨ ਦਾ ਫਾਰਮ, ਜਿਹੜਾ ਤੁਸੀਂ ਐਪਲੀਕੇਸ਼ਨ ਫਾਰਮ ਅਪਲਾਈ ਕਰਨ ਤੋਂ ਬਾਅਦ ਕੱਢਦੇ ਹੁੰਦੇ ਹੋ, ਉਹ ਹੋਣਾ ਚਾਹੀਦਾ। ਠੀਕ ਆ। ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕੀਤਾ ਸਕਰੂਟਨੀ ਫਾਰਮ ਫਾਈਲ ਕਵਰ ਵਿੱਚ ਟੈਗ ਕਰਕੇ ਸਾਰੇ ਅਸਲ ਸਰਟੀਫਿਕੇਟ ਅਤੇ ਤਸਦੀਕੀ ਫੋਟੋ ਕਾਪੀਆਂ ਉਕਤ ਦਰਸਾਈ ਤਰਤੀਬ ਅਨੁਸਾਰ ਵੱਖਰੀਆਂ ਫਾਈਲਾਂ ਵਿੱਚ ਲਗਾ ਕੇ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਨਿੱਜੀ ਤੌਰ 'ਤੇ ਅਤੇ ਨਾਲ ਨੱਥੀ ਸਕਰੂਟਨੀ ਸ਼ਡਿਊਲ ਅਨੁਸਾਰ ਹਾਜ਼ਰ ਹੋਣਗੇ। ਕਹਿੰਦਾ ਮਤਲਬ ਇੱਥੇ ਵੱਖਰੀਆਂ ਫਾਈਲਾਂ ਦਾ ਮਤਲਬ ਵੀ 2 ਫਾਈਲਾਂ ਓਰੀਜਨਲ ਦੀ ਅਲੱਗ ਬਣਾ ਲਿਓ, ਔਰ ਜਿਹੜੀ ਫੋਟੋ ਕਾਪੀ ਦੀ ਉਹਨਾਂ ਦੀ ਅਲੱਗ ਫਾਈਲ ਬਣਾ ਲਿਓ ਟੈਗ ਲਗਾ ਕੇ। ਔਰ ਨਾਲ ਨੱਥੀ ਸ਼ਡਿਊਲ ਅਨੁਸਾਰ ਉਮੀਦਵਾਰ ਦਸਤਾਵੇਜ਼ ਦੀ ਸਕਰੂਟਨੀ ਕਰਵਾਉਣ ਲਈ ਨਿੱਜੀ ਪੱਧਰ 'ਤੇ ਹਾਜ਼ਰ ਹੋਣਾ ਯਕੀਨੀ ਬਣਾਉਣਾ ਹੈ। ਠੀਕ ਹੈ। ਕਿਸੇ ਵੀ ਉਮੀਦਵਾਰ ਵੱਲੋਂ ਦਸਤਾਵੇਜ਼ਾਂ ਦੀ ਸਕਰੂਟਨੀ ਵਿੱਚ ਹਾਜ਼ਰ ਹੋਣ ਦਾ ਭਾਵ ਇਹ ਹੈ ਕਿ ਇਹ ਨਹੀਂ ਕਿ ਉਸ ਦਾ ਨਿਯੁਕਤੀ ਲਈ ਹੱਕ ਪੈਦਾ ਹੋ ਗਿਆ ਹੈ। ਕਹਿਣ ਦਾ ਮਤਲਬ ਇਹਨਾਂ ਨੇ ਸਪੈਸ਼ਲ ਲਿਖਿਆ ਵੀ ਜਿਹੜਾ ਬੰਦਾ ਸਕਰੂਟਨੀ ਦਿਆ ਉਹ ਇਹ ਨਹੀਂ ਹੈਗਾ ਕਿ ਉਹ ਪੱਕਾ ਨੌਕਰੀ ਲੱਗ ਗਿਆ। ਠੀਕ ਹੈ। ਇਹਦਾ ਮਤਲਬ ਇਹ ਹੈਗਾ। ਤਾਂ ਸਕਰੂਟਨੀ ਇੱਕ ਵਾਰੀ ਇਹਨਾਂ ਨੇ ਮੰਗੀ ਹੈਗੀ ਹੈ, ਤਾਂ ਦਸਤਾਵੇਜ਼ਾਂ ਦੀ ਸਕਰੂਟਨੀ ਸਮੇਂ ਸਾਰੇ ਅਸਲ ਦਸਤਾਵੇਜ਼ ਸਰਟੀਫਿਕੇਟ ਚੈੱਕ ਕੀਤੇ ਜਾਣਗੇ, ਔਰ ਇਸ ਤੋਂ ਬਾਅਦ ਕੋਈ ਵੀ ਸਰਟੀਫਿਕੇਟ ਦਸਤਾਵੇਜ਼ ਕਿਸੇ ਵੀ ਸੂਰਤ ਵਿੱਚ ਨਹੀਂ ਲਿਆ ਜਾਵੇਗਾ। ਸਕਰੂਟਨੀ ਦੌਰਾਨ ਅਸਲ ਦਸਤਾਵੇਜ਼ ਵਿਭਾਗ ਵੱਲੋਂ ਗਠਿਤ ਕੀਤੀ ਗਈਆਂ ਕਮੇਟੀਆਂ ਕੋਲ ਚੈੱਕ ਕਰਵਾਉਣਾ ਅਤੀ ਜ਼ਰੂਰੀ ਹੈ। ਠੀਕ ਹੈ। ਔਰ ਦਸਤਾਵੇਜ਼ ਚੈੱਕ ਨਾ ਕਰਵਾਉਣ ਦੀ ਸੂਰਤ ਵਿੱਚ ਜਾਂ ਜਿਨ੍ਹਾਂ ਉਮੀਦਵਾਰਾਂ ਦੇ ਕੋਈ ਦਸਤਾਵੇਜ਼ ਅਧੂਰੇ ਪਾਏ ਗਏ ਹਨ, ਤਾਂ ਉਹਨਾਂ ਦੀ ਪਾਤਰਤਾ ਰੱਦ ਕੀਤੀ ਜਾ ਸਕਦੀ ਹੈ। ਔਰ ਇੱਥੇ ਇਹ ਵੀ ਸਪਸ਼ਟ ਕੀਤਾ ਗਿਆ ਕਿ ਜੇਕਰ ਕਿਸੇ ਵੀ ਉਮੀਦਵਾਰ ਦਾ ਕੋਈ ਵੀ ਦਸਤਾਵੇਜ਼ ਗਲਤ ਜਾਂ ਜਾਅਲੀ ਪਾਇਆ ਜਾਂਦਾ, ਤਾਂ ਉਸ ਦੇ ਵਿਰੁੱਧ FIR ਮੌਕੇ 'ਤੇ ਦਰਜ ਕੀਤੀ ਜਾਵੇਗੀ। ਔਰ ਸਕਰੂਟਨੀ ਦੇ ਦੌਰਾਨ ਹਾਜ਼ਰ ਰਹਿਣ ਸਮੇਂ ਉਮੀਦਵਾਰ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ ਦੀਆਂ ਹਦਾਇਤਾਂ ਨੂੰ ਜਿਹੜਾ ਧਿਆਨ 'ਚ ਰੱਖਣਗੇ, ਮਾਸਕ, ਸੋਸ਼ਲ ਡਿਸਟੈਂਸਿੰਗ ਆਦਿ। ਠੀਕ ਹੈ। ਤੋ ਇਹ ਇਹਨਾਂ ਬਾਰੇ ਜਿਹੜੀਆਂ ਇੰਪੋਰਟੈਂਟ ਗੱਲਾਂ ਤੁਸੀਂ ਧਿਆਨ 'ਚ ਰੱਖਣਾ। ਹੁਣ ਬੁਲਾਇਆ ਕਿਹਨੂੰ ਗਿਆ ਹਾਲੇ ਤੱਕ? ਦੇਖੋ 66-35 ETT ਕਾਡਰ ਜਿਹੜੀਆਂ ਪੋਸਟਾਂ ਸੀ, ਜਾਂ 22 ਪੋਸਟਾਂ ਜਿਨ੍ਹਾਂ ਨੇ ਜੇਲ੍ਹ ਡਿਪਾਰਟਮੈਂਟ ਦੀਆਂ ETT ਲਈ ਅਪਲਾਈ ਕੀਤੀਆਂ ਸੀ। ਠੀਕ ਹੈ। ਤਾਂ ਉਹਨਾਂ ਪੋਸਟਾਂ ਲਈ ਸੰਬੰਧਿਤ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਰਹਿਣ ਵਾਲੇ ਜਿੰਨੇ ਵੀ ਕੈਟਾਗਰੀ ਦੇ ਸਾਰੇ ਕੈਟਾਗਰੀ ਨਹੀਂ, ਜਿੰਨੀਆਂ ਕੈਟਾਗਰੀਆਂ ਲਿਖੀਆਂ ਹੈਗੀਆਂ, ਇਹ ਕੈਟਾਗਰੀਆਂ ਵਾਸਤੇ ਹਾਲੇ ਇਹ ਨੋਟਿਸ ਆਇਆ ਕਿ ਆਪਣੇ ਵੈਬਸਾਈਟ 'ਤੇ ਆਪਣਾ PDF ਬਣਾ ਕੇ ਅਫੀਸ਼ੀਅਲ ਡਾਕੂਮੈਂਟ ਦਾ ਅਪਲੋਡ ਕਰਨਗੇ, ਅਤੇ ਸਕਰੂਟਨੀ ਲਈ ਉਹਨਾਂ ਨੂੰ ਬੁਲਾਇਆ ਗਿਆ। ਕਦੋਂ ਬੁਲਾਇਆ ਗਿਆ? 28 ਤਰੀਕ ਨੂੰ ਬੁਲਾਇਆ ਗਿਆ, 28 ਦਸੰਬਰ ਨੂੰ ਬੁਲਾਇਆ ਗਿਆ। ਅਤੇ ਕਿਹੜੀਆਂ ਕੈਟਾਗਰੀਆਂ ਨੂੰ ਬੁਲਾਇਆ ਗਿਆ ਤੁਸੀਂ ਦੇਖ ਸਕਦੇ ਹੋ। 66-35 ਦੇ ਵਿੱਚ ਜਿਨ੍ਹਾਂ ਨੇ ਅਪਲਾਈ ਕੀਤਾ ਸੀ, ਉਹਨਾਂ ਦੇ ਵਿੱਚ SC MB ਨੂੰ ਬੁਲਾਇਆ ਗਿਆ, ESM, SC RO ESM ਨੂੰ ਬੁਲਾਇਆ ਗਿਆ, BC ESM ਨੂੰ ਬੁਲਾਇਆ ਗਿਆ, ਜਨਰਲ ESM ਨੂੰ ਬੁਲਾਇਆ ਗਿਆ। ਠੀਕ ਹੈ। SC MB ਸਪੋਰਟਸ ਦੇ ਵਿੱਚ ਬੁਲਾਇਆ ਗਿਆ, SC RO ਸਪੋਰਟਸ ਦੇ ਵਿੱਚ ਬੁਲਾਇਆ ਗਿਆ, ਜਨਰਲ ਸਪੋਰਟਸ ਦੇ ਵਿੱਚ ਬੁਲਾਇਆ ਗਿਆ, ਫਰੀਡਮ ਫਾਈਟਰ ਵਾਲਿਆਂ ਨੂੰ ਬੁਲਾਇਆ ਗਿਆ, ਫਿਜ਼ੀਕਲ ਹੈਂਡੀਕੈਪਟ ਵਿਜ਼ੀਬਲ, ਫਿਜ਼ੀਕਲ ਹੈਂਡੀਕੈਪਟ ਹੀਅਰਿੰਗ ਦੇ ਵਿੱਚ ਬੁਲਾਇਆ ਗਿਆ। ਔਰ ਠੀਕ ਹੈ, ਤੁਸੀਂ ਇੱਕ ਹੋਰ ਡਿਸਬਿਲਿਟੀ ਵਾਲੀ ਦੇਖ ਸਕਦੇ ਹੋ ਨੀਚੇ, ਜਿਹੜੀ ਤੁਹਾਡੀ ਕੈਟਾਗਰੀ ਆਪਣੇ ਆਪ ਤੁਹਾਨੂੰ ਪਤਾ ਹੋਏਗਾ। ਔਰ ਇੱਧਰ ਵੀ ਉਹੀ ਕੈਟਾਗਰੀਆਂ ਲਗਭਗ SC BC ESM ਦੇ ਵਿੱਚ ਬੁਲਾਏ ਗਏ ਨੇ। ਠੀਕ ਹੈ। ਤੋ ਇਹ ਕੈਟਾਗਰੀਆਂ ਦੇ ਵਿੱਚ ਬੁਲਾਇਆ ਗਿਆ। ਕਹਿਣ ਦਾ ਮਤਲਬ ਵੀ ਜਿਹੜੀਆਂ ਆਮ ਕੈਟਾਗਰੀਆਂ SC BC ਜਾਂ ਜਨਰਲ, ਉਹਨਾਂ ਨੂੰ ਹਲੇ ਇੱਥੇ ਨਹੀਂ ਬੁਲਾਇਆ ਗਿਆ। ਠੀਕ ਹੈ। ਸਕਰੂਟਨੀ ਲਈ ਤੁਸੀਂ ਦੇਖ ਸਕਦੇ ਹੋ ਡੇਟ ਆਫ ਸਕਰੂਟਨੀ ਇਹਨਾਂ ਨੇ ਲਿਖਿਆ ਕਿ ਨੋਟ ਇੱਥੇ ਕੀ ਲਿਖਿਆ ਦੇਖੋ, ਇਸ਼ਤਿਹਾਰ ਅਨੁਸਾਰ ਦਰਸਾਈਆਂ ਗਈਆਂ ਬਾਕੀ ਕੈਟਾਗਰੀਆਂ ਲਈ ਸਕਰੂਟਨੀ ਦਾ ਸ਼ਡਿਊਲ ਜਲਦੀ ਵਿਭਾਗ ਦੀ ਵੈਬਸਾਈਟ 'ਤੇ ਅਪਲੋਡ ਕੀਤਾ ਜਾਏਗਾ। ਠੀਕ ਹੈ। ਤੋ ਇਸ ਚੀਜ਼ ਨੂੰ ਧਿਆਨ 'ਚ ਰੱਖਿਓ। ਔਰ ਇਹਨਾਂ ਨੇ ਨੀਚੇ ਫਾਰਮ ਦੱਸਿਆ, ਵਿਦਿਅਕ ਯੋਗਤਾ ਦਾ ਸੰਬੰਧੀ ਸਵੈ ਘੋਸ਼ਣਾ ਦਾ ਤੁਸੀਂ ਫਾਰਮ ਭਰਨਾ ਹੈਗਾ। ਠੀਕ ਹੈ। ਨੀਚੇ ਦਿਖਾਇਆ ਗਿਆ। ਠੀਕ ਹੈ। ਇਹ ਹੈ ਕਿ ਮੈਂ ਸੰਬੰਧਿਤ ਪੋਸਟ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹਾਂ ਅਤੇ ਕਰਦੀ ਹਾਂ ਜੋ ਵੀ ਹੈ। ਠੀਕ ਹੈ। ਯੂਨੀਵਰਸਿਟੀ ਤੋਂ। ਠੀਕ ਹੈ। ਇਹ ਚੀਜ਼ਾਂ ਹੈਗੀਆਂ ਨੀਚੇ, ਇਹ ਫਾਰਮ ਤੁਸੀਂ ਡਾਊਨਲੋਡ ਕਰ ਸਕਦੇ ਹੋ। ਤਾਂ ਬਾਕੀ ਕੁਛ ਪ੍ਰਸ਼ਨ ਹੈਗੇ ਆ ਨੀਚੇ, ਇਹਨਾਂ ਨੇ ਲਿਖੇ 5 ਪ੍ਰਸ਼ਨ ਹੈਗੇ ਆ, ਤੁਸੀਂ ਇਹ ਪੜ੍ਹ ਕੇ ਪ੍ਰਸ਼ਨਾਂ ਦੇ ਆਨਸਰ ਦੇ ਸਕਦੇ ਹੋ। ਠੀਕ ਹੈ। ਵੀ ਤੁਸੀਂ ਕੀ ਨੱਥੀ ਕੀਤਾ ਜਾਂ ਕਿਸ ਤਰ੍ਹਾਂ ਤੁਸੀਂ ਸਟੱਡੀ ਕੀਤੀ,
ਠੀਕ ਹੈ, ਉਹ ਚੀਜ਼ਾਂ ਇੱਥੇ ਨੱਥੀ ਕਰ ਸਕਦੇ ਹੋ। ਸੋ ਇਹ ਡਾਊਨਲੋਡ ਕਰ ਸਕਦੇ ਹੋ ਆਪ ਖੁਦ ਜਾ ਕੇ ਵੈਬਸਾਈਟ 'ਤੇ, ਬਿਲਕੁਲ ਈਜ਼ੀ ਤਰੀਕਾ ਹੈ। ਕਿਵੇਂ ਡਾਊਨਲੋਡ ਕਰਨਾ ਮੈਂ ਤੁਹਾਨੂੰ ਦੱਸ ਦਿੰਦਾ ਦੁਬਾਰਾ ਤੋਂ ਇੱਕ ਵਾਰ, ਠੀਕ ਹੈ। ਇਹ ਇਹਨਾਂ ਦੀ ਵੈਬਸਾਈਟ ਹੈ, ਅਫੀਸ਼ੀਅਲ ਵੈਬਸਾਈਟ ਹੈ, ਠੀਕ ਹੈ। ਉੱਥੇ ਜਾ ਕੇ ਤੁਹਾਨੂੰ ਆਹ ਚੀਜ਼ ਮਿਲੇਗੀ, ਇਸ 'ਤੇ ਤੁਸੀਂ ਕਲਿੱਕ ਕਰ ਦੋਗੇ, ਠੀਕ ਹੈ। ਇਹ ਜਿਹੜਾ ਤੁਹਾਡੇ ਅੱਗੇ ਫਲੈਸ਼ ਹੋ ਰਹੀ ਹੈ ਲਾਈਨ, ਇਸ 'ਤੇ ਕਲਿੱਕ ਕਰੋਗੇ ਆਟੋਮੈਟਿਕ ਤੁਹਾਡਾ ਜਿਹੜਾ ਇਹ ਫਾਰਮ ਡਾਊਨਲੋਡ ਹੋ ਜਾਏਗਾ। ਅਫੀਸ਼ੀਅਲ ਵੈਬਸਾਈਟ ਦਾ ਨਾਮ ਹੈ ਐਜੂਕੇਸ਼ਨ ਰਿਕਰੂਟਮੈਂਟ ਬੋਰਡ, ਇਹਨੂੰ ਗੂਗਲ 'ਚ ਜਾ ਕੇ ਸਰਚ ਕਰ ਸਕਦੇ ਹੋ। ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਰੋ, ਸ਼ੇਅਰ ਕਰੋ, ਔਰ ਇਸ ਤੋਂ ਇਲਾਵਾ ਕੋਈ ਹੋਰ ਨਵੀਂ ਜਾਣਕਾਰੀ ਹੁੰਦੀ ਹੈ ਜਿਹੜੀਆਂ ਬਾਕੀ ਬੱਚੀਆਂ ਕੈਟਾਗਰੀ ਹੈਗੀਆਂ ਉਹਨਾਂ ਵਾਸਤੇ, ਸਕਰੂਟਨੀ ਵਾਸਤੇ ਕੀ ਮੈਸੇਜ ਆਉਂਦਾ, ਤਾਂ ਆਪਾਂ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਠੀਕ ਹੈ ਜੀ, ਸੋ ਥੈਂਕ ਯੂ, ਟੇਕ ਕੇਅਰ, ਬਾਏ ਬਾਏ। ਮਿਲਾਂਗੇ ਕਿਸੇ ਨੈਕਸਟ ਹੋਰ ਵੀਡੀਓ ਦੇ ਵਿੱਚ।